ਜੋ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਇਹਨਾਂ ਦੇ ਮੁੱਢਲੇ ਜੀਵਨ ਬਾਰੇ ਸਾਨੂੰ ਜਾਣਨਾ ਪਾਓ। ਇਤਿਹਾਸ ਦੇ ਸੁਨਹਿਰੀ ਪੰਨਿਆਂ 'ਚ ਲਿਖੇ ਘਰ ਦੀਆਂ ਛੱਤਾਂ ਦੇ ਬਾਲੇ ਲਾ ਕੇ ਅੱਗ ਮਚਾ ਕੇ ਇਤਿਹਾਸਕਾਰ ਦੱਸਦੇ ਨੇ ਕਿ 2200 ਘੋੜ ਸਵਾਰ ਹੋਇਆ ਕਰਦਾ ਸੀ। ਇਹ ਰਾਜ ਜਿਹੜਾ ਡੋਗਰਿਆਂ ਦੇ ਹੱਥੀਂ ਆ ਗਿਆ। ਹਰੀ ਸਿੰਘ ਨਲੂਆ ਦਾ ਸੁਪੁੱਤਰ ਜਵਾਹਰ ਸਿੰਘ ਨਲੂਆ, ਤੁਸੀਂ ਭਾਈ ਸਾਡੇ ਨਾਲ ਜੰਗ ਲਈ ਤਿਆਰ ਹੋਵੋ। ਜ਼ਬਰ ਦਾ ਮੁਕਾਬਲਾ ਜਿਹੜਾ ਭਾਈ ਸਾਹਿਬ ਬਾਬਾ ਜੀ ਨੇ ਸਬਰ ਦੇ ਨਾਲ ਕੀਤਾ। ਇਹ ਹੋ ਸਕਦਾ ਵੀ ਉਹ ਆਪਣੇ ਤੇ ਚੜ੍ਹਾਈ ਕਰ ਰਹੇ ਨੇ, ਆਪਾਂ ਸ਼ਾਂਤਮਈ ਬੈਠੀਏ ਤੇ ਪਰ ਤੋਖ ਦਾ ਗੋਲਾ ਜਦੋਂ ਬਾਬਾ ਜੀ ਦੇ ਪੱਟ ਵਿੱਚ ਆ ਕੇ ਵੱਜਿਆ, ਅੱਗੋਂ ਗੋਲੀਆਂ ਦੀ ਵਾਛੜ ਆ ਰਹੀ ਆ ਤੇ ਇਧਰੋਂ ਵੈਗਰੂ ਬੋਲ ਰਹੇ। ਝੱਲ ਬੂਟ ਜੰਗਲ ਹੋਇਆ ਕਰਦੇ, ਗੱਡੀਆਂ ਇਸ ਨਗਰ ਦੇ ਵਿੱਚੋਂ ਦੁੱਧ ਭਰ ਕੇ ਲਿਜਾਂਦੇ। ਦੋਸਤੋ, ਜਿਵੇਂ ਕਿ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ, ਦਿਨ ਬ ਦਿਨ ਵੱਧ ਤੋਂ ਵੱਧ ਸ਼ਹੀਦੀਆਂ ਸਿੱਖਾਂ ਨੇ ਦਿੱਤੀਆਂ ਆਪਣੀ ਕੌਮ ਖਾਤਰ, ਆਪਣੇ ਦੇਸ਼ ਖਾਤਰ, ਆਪਣੇ ਧਰਮ ਲਈ। ਔਰ ਕਈ ਐਸੇ ਸ਼ਹੀਦ, ਨਾਮਵਰ ਸ਼ਹੀਦ ਜਿਨ੍ਹਾਂ ਦਾ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਦਾ ਨਾਮ ਲਿਖਿਆ ਹੈ, ਪਰ ਉਹ ਸਾਡੇ ਅੱਜ ਦੇ ਯੂਥ ਤੋਂ ਜਾਂ ਅੱਜ ਦੀ ਨੌਜਵਾਨੀ ਤੋਂ ਓਹਲੇ ਨੇ। ਉਹਨਾਂ ਬਾਰੇ ਨੌਜਵਾਨਾਂ ਨੂੰ ਪਤਾ ਹੀ, ਕਈ ਸਾਡੇ ਸ਼ਹੀਦ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ, ਸ਼ਹੀਦੀਆਂ ਦਿੱਤੀਆਂ, ਪਰ ਸਾਡੇ ਯੂਥ ਨੂੰ, ਸਾਡੇ ਨੌਜਵਾਨ ਨੂੰ, ਸਾਡੇ ਅੱਜ ਦੇ ਅਜੋਕੇ ਸਮੇਂ ਦੇ ਜੋ ਇਨਸਾਨ ਆ, ਉਹਨਾਂ ਨੂੰ ਇਹ ਚੀਜ਼ ਦੀ ਨੌਲੇਜ ਨਹੀਂ। ਅੱਜ ਤੁਹਾਨੂੰ ਲੈ ਕੇ ਆਇਆ ਇੱਕ ਐਸੇ ਮਹਾਨ ਸ਼ਹੀਦ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ, ਔਰ ਉਹਨਾਂ ਦੇ ਡੇਰੇ ਤੇ ਪਹੁੰਚੇ ਅੱਜ ਪਿੰਡ ਲਹਿਰਾ ਬੇਟ। ਸਾਡੇ ਨਾਲ ਨੇ ਸੇਵਾਦਾਰ ਗੁਰਨਾਮ ਸਿੰਘ ਜੀ, ਜਥੇਬੰਦੀ ਝਾੜ ਸਾਹਿਬ ਵਾਲੇ। ਆਓ ਵੀਰੋ ਉਹਨਾਂ ਨਾਲ ਗੱਲ ਕਰਦੇ ਹਾਂ, ਔਰ ਬਾਬਾ ਵੀਰ ਸਿੰਘ ਜੀ ਦੇ ਸ਼ਹੀਦੀ ਬਾਰੇ, ਔਰ ਉਹਨਾਂ ਦੇ ਜੋ ਜਨਮ ਤੋਂ ਲੈ ਕੇ ਸ਼ਹੀਦੀ ਤੱਕ ਜੋ ਉਹਨਾਂ ਦਾ ਜੀਵਨ ਆ, ਜੋ ਇੱਥੇ ਪਿੰਡ ਲਹਿਰਾ ਬੇਟ ਵਿੱਚ ਉਹਨਾਂ ਨੇ ਕਿਵੇਂ ਸ਼ਰਨ ਪਾਏ, ਇਹਨਾਂ ਦੀ ਸ਼ਹੀਦੀ ਤੱਕ, ਅੰਤ ਤੱਕ ਜਿੰਨਾ ਵੀ ਇਤਿਹਾਸ ਆ ਉਹ ਆਪਾਂ ਬਾਬਾ ਜੀ ਤੋਂ ਸਰਵਣ ਕਰਾਂਗੇ, ਉਹ ਇਹਨਾਂ ਨਾਲ ਵਿਚਾਰਾ ਕਰਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਡਾ ਆਪਣਾ ਨਸੀਬ ਸਿੰਘ ਖਾਲਸਾ, ਔਰ ਸਾਡੇ ਚੈਨਲ ਤੇ ਵੀਡੀਓ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦਾਬ। ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਆਉਣ ਤੇ, ਜੀ ਆਇਆਂ ਨੂੰ। ਔਰ ਜੋ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਸ਼ਹੀਦ ਹੋਏ ਆ, ਇਹਨਾਂ ਦੇ ਮੁੱਢਲੇ ਜੀਵਨ ਬਾਰੇ ਸਾਨੂੰ ਜਾਣਨਾ ਪਾਓ। ਦੇਖੋ ਜੀ ਖਾਲਸਾ ਜੀ, ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ। ਭਾਈ ਨਸੀਬ ਸਿੰਘ ਜੀ ਖਾਲਸਾ ਜੀ, PB 47 ਚੈਨਲ, ਜੋ ਆਪ ਜੀ ਨੇ ਇਹ ਸਿੱਖ ਕੌਮ ਦੀ ਸੇਵਾ ਲਈ ਔਰ ਪੁਰਾਤਨ ਚੀਜ਼ਾਂ ਨੂੰ, ਸਿੱਖ ਇਤਿਹਾਸ ਨੂੰ ਅੱਗੇ ਲਿਆਉਣ ਵਾਸਤੇ ਤੁਸੀਂ ਇਹ ਉਪਰਾਲਾ ਕੀਤਾ ਹੈ। ਇਸ ਤੇ ਤੁਸੀਂ ਬਹੁਤ ਬਹੁਤ ਵਧਾਈ ਦੇ ਪਾਤਰ ਹੋ। ਮੁਬਾਰਕ ਹੈ ਆਪ ਜੀ ਨੂੰ। ਔਰ ਗੁਰਦੁਆਰਾ ਬਾਬਾ ਵੀਰ ਸਿੰਘ ਜੀ ਸ਼ਹੀਦ, ਪਿੰਡ ਲਹਿਰਾ ਬੇਟ, GT ਰੋਡ, ਮਖੂ ਮੋਗਾ, ਇਸ ਸਥਾਨ ਤੇ ਤੁਸੀਂ ਅੱਜ ਪਹੁੰਚੇ ਹੋ। ਇਸ ਸਥਾਨ ਵੱਲੋਂ ਆਪ ਸੰਗਤਾਂ ਨੂੰ, ਆਪ ਵੀਰਾਂ ਨੂੰ ਤਹਿ ਦਿਲੋਂ ਧੰਨਵਾਦ, ਜੀਓ ਆਇਆਂ ਨੂੰ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਕਿ ਧੰਨ ਧੰਨ ਬਾਬਾ ਵੀਰ ਸਿੰਘ ਜੀ ਇੱਕ ਉਹ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਨੇ ਜਿਨ੍ਹਾਂ ਦਾ ਨਾਮ ਸਿੱਖ ਕੌਮ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਚ ਲਿਖਿਆ। ਕਿਉਂਕਿ ਬਾਬਾ ਜੀ ਦੀ ਅਦੁੱਤੀ ਸ਼ਹਾਦਤ ਜਿਹੜੀ ਹੈ, ਔਰ ਇਹਨਾਂ ਦਾ ਮੁੱਢਲਾ ਜੀਵਨ ਜਿਹੜਾ ਹੈ, ਤੁਸੀਂ ਪੁੱਛਣਾ ਕੀਤਾ ਹੈ। ਧੰਨ ਧੰਨ ਬਾਬਾ ਵੀਰ ਸਿੰਘ ਜੀ, ਇਹਨਾਂ ਦਾ ਜਿਹੜਾ ਜੀਵਨ ਹੈ ਔਰ ਇਹਨਾਂ ਦਾ ਜਨਮ ਸਥਾਨ ਜਿਹੜਾ ਗੱਗੋ ਬੂਹੇ ਦਾ, ਔਰ ਇਹਨਾਂ ਦੇ ਸਤਿਕਾਰਯੋਗ ਮਾਤਾ ਜੀ, ਮਾਤਾ ਧਰਮ ਕੌਰ ਜੀ, ਔਰ ਸਤਿਕਾਰਯੋਗ ਪਿਤਾ ਜੀ, ਪਿਤਾ ਸੇਵਾ ਸਿੰਘ ਜੀ ਦੇ ਗ੍ਰਹਿ ਵਿਖੇ। ਸੋ ਬਾਬਾ ਜੀ ਦਾ ਜਨਮ ਜਿਹੜਾ ਹੈ 26 ਜੁਲਾਈ 1768 ਈਸਵੀ ਨੂੰ, ਸੋ ਨਗਰ ਗੱਗੋਬੂਆ ਜੋ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ, ਮਾਝੇ ਦਾ ਜੀ। ਸੋ ਇੱਥੋਂ ਦਾ ਬਾਬਾ ਜੀ ਦਾ ਜਨਮ ਹੈ। ਸੋ ਇਹਨਾਂ ਦਾ ਜਿਹੜਾ ਜਨਮ ਹੈ, ਬਾਬਾ ਜੀ ਦਾ ਜੀਵਨ ਜਿਹੜਾ ਹੈ ਬਹੁਤ ਹੀ ਇੱਕ ਵਿਲੱਖਣਤਾ ਵਾਲਾ ਜੀਵਨ ਹੈ। ਕਿਉਂਕਿ ਬਚਪਨ ਤੋਂ ਲੈ ਕੇ ਗੁਰੂ ਘਰ ਦੀ ਸੇਵਾ, ਸੰਗਤ ਦੀ ਸੇਵਾ ਔਰ ਗਰੀਬ ਲੋੜਵੰਦਾਂ ਦੀ ਸੇਵਾ ਵਿੱਚ ਬਾਬਾ ਜੀ ਦਾ ਜੀਵਨ ਬਤੀਤ ਹੋਇਆ। ਇਤਿਹਾਸਕਾਰ ਦੱਸਦੇ ਨੇ ਕਿ ਇੱਕ ਵਾਰ ਦਾ ਸਮਾਂ ਸੀ ਕਿ ਬਾਰਿਸ਼ ਬਹੁਤ ਹੋ ਰਹੀ ਸੀ, ਸੰਗਤਾਂ ਗੁਰੂ ਕੀ ਨਗਰੀ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰਾਂ ਤੇ ਜਾ ਰਹੀਆਂ ਸੀ। ਸੋ ਬਾਰਿਸ਼ ਦਾ ਟਾਈਮ ਸੀ ਔਰ ਲੰਗਰ ਵਾਸਤੇ ਬਾਲਣ ਦੀ ਬੜੀ ਕਮੀ ਸੀ ਜੀ। ਸੋ ਲੰਗਰ ਤਿਆਰ ਕਰਨਾ ਸੀ ਸੰਗਤਾਂ ਲਈ। ਔਰ ਬਾਬਾ ਜੀ ਦਾ ਜੀਵਨ ਇਹੋ ਜਿਹਾ ਸੀ ਕਿ ਇਹਨਾਂ ਨੇ ਆਪਣੇ ਮਕਾਨ ਦੀਆਂ, ਘਰ ਦੀਆਂ ਛੱਤਾਂ ਦੇ ਬਾਲੇ ਲਾ ਕੇ ਅੱਗ ਮਚਾ ਕੇ ਲੰਗਰ ਤਿਆਰ ਕੀਤਾ ਔਰ ਸੰਗਤਾਂ ਨੂੰ ਛਕਾਇਆ। ਇੱਕ ਇਹੋ ਜਿਹਾ ਜੀਵਨ ਸੀ ਬਾਬਾ ਜੀ ਦਾ। ਔਰ ਬਾਬਾ ਜੀ ਦੇ ਮਾਤਾ ਜੀ ਨੇ ਬਾਬਾ ਜੀ ਨੂੰ ਕਿਹਾ ਕਿ ਤੈਨੂੰ ਸੰਗਤ ਦੀ ਸੇਵਾ ਕਰਨ ਦਾ ਇੰਨਾ ਹੀ ਸ਼ੌਂਕ ਹੈ ਤੇ ਫਿਰ ਤੂੰ ਕਿਸੇ ਮਹਾਂਪੁਰਖ ਦੀ ਸ਼ਰਨ ਲੈ।
ਔਰ ਸੰਗਤ ਕਰ, ਸੇਵਾ ਕਰ। ਜੇ ਤੈਨੂੰ ਸੇਵਾ ਹੀ ਕਰਨੀ ਤੇ ਫਿਰ ਤੂੰ ਘਰ ਦੇ ਬਾਲੇ ਕਿਉਂ ਵੇਚਣੇ, ਫਿਰ ਤੂੰ ਸੰਗਤ 'ਚ ਵਿਚਰ ਕੇ ਸੇਵਾ ਕਰ। ਸੋ ਇਸ ਤਰੀਕੇ ਦੇ ਨਾਲ ਬਾਬਾ ਜੀ ਨੇ ਫਿਰ ਉਹ ਜਿਹੜੀ ਗੱਲ ਮਾਤਾ ਜੀ ਦੀ ਪੱਲੇ ਬੰਨ੍ਹ ਕੇ ਇਹ ਫਿਰ ਜਿਹੜਾ ਆਪਣਾ ਜੀਵਨ ਲੈ ਕੇ ਅੱਗੇ ਵਧੇ ਨੇ। ਸੋ ਜੀਵਨ ਨੂੰ ਵਧਾਉਂਦਿਆਂ ਸੇਵਾ ਕਰਦਿਆਂ ਬਾਬਾ ਸਾਹਿਬ ਸਿੰਘ ਜੀ ਦੀ ਸ਼ਰਨ ਗਏ ਨੇ। ਚਲੋ ਮੈਂ ਤੁਹਾਨੂੰ ਇਤਿਹਾਸ ਨੂੰ ਜੇ ਆਪਾਂ ਲੰਬੇਰਾ ਕਰੀਏ ਤੇ ਲਗਭਗ 2.5-3 ਘੰਟੇ ਦਾ ਇਤਿਹਾਸ ਜਿਹੜਾ ਹੈ ਬਾਬਾ ਜੀ ਦੇ ਜੀਵਨ ਤੇ ਹੀ ਇਤਿਹਾਸਕਾਰਾਂ ਨੇ ਲਿਖਿਆ, ਕਿਉਂਕਿ ਆਪਾਂ ਟੂਕ ਮਾਤਰ ਵਿੱਚ ਉਹ ਸ਼ਾਰਟਕਟ ਆਪ ਜੀ ਨਾਲ ਸਾਂਝੇ ਕਰਾਂਗੇ। ਸੋ ਇਸ ਤਰੀਕੇ ਦੇ ਨਾਲ ਬਾਬਾ ਜੀ ਜਦੋਂ ਧਰਮ ਪ੍ਰਚਾਰ ਲਈ ਨਿਕਲੇ ਨੇ ਔਰ ਆਪਦੇ ਜੀਵਨ ਨੂੰ ਕਮਾਉਂਦਿਆਂ ਸੰਘਰਸ਼ ਕਰਦਿਆਂ, ਸੋ ਬਾਬਾ ਜੀ ਨੇ ਫਿਰ ਆਪਣਾ ਡੇਰਾ ਜਿਹੜਾ ਹੈ ਉਹ ਨਰੰਗਾਬਾਦ ਦੀ ਧਰਤੀ ਤੇ ਬਣਾਇਆ। ਸੋ ਡੇਰੇ ਤੋਂ ਪਹਿਲਾਂ ਜੋ ਬਾਬਾ ਵੀਰ ਸਿੰਘ ਜੀ ਸ਼ਹੀਦ ਨੇ ਨਰੰਗਾਬਾਦ ਹੋਏ, ਇਹਨਾਂ ਦਾ ਪਹਿਲਾਂ ਦਾ ਜੀਵਨ ਕਿਵੇਂ ਬਸਰ ਰਿਹਾ ਸੀ? ਪਹਿਲਾਂ ਦਾ ਇਹਨਾਂ ਦਾ ਕਾਰੋਬਾਰ ਕੀ ਸੀ? ਪਹਿਲਾਂ ਕਾਰੋਬਾਰ ਜੀ ਇਹਨਾਂ ਦਾ ਬਾਬਾ ਜੀ ਦਾ ਕਾਰੋਬਾਰ ਜਿਹੜਾ ਸੀ ਬਾਬੇ ਸੇਵਾ ਸੋਹਣਾ ਦਾ, ਇਹਨਾਂ ਨੇ ਵੀ ਸਮੇਂ ਦੀ ਹਕੂਮਤ ਵਿੱਚ ਸਰਕਾਰੀ ਨੌਕਰੀ ਵੀ ਕੀਤੀ ਹੈ ਜੀ। ਅੱਛਾ ਜੀ। ਔਰ ਖੇਤੀਬਾੜੀ ਨਾਲ ਵੀ ਸੰਬੰਧਿਤ ਰਹੇ ਨੇ ਬਾਬਾ ਜੀ। ਇਸ ਤੋਂ ਇਲਾਵਾ ਬਾਬਾ ਜੀ ਨੇ ਵੀ ਜਿਹੜੀ ਫੌਜ ਦੀ ਨੌਕਰੀ ਖੁਦ ਆਪ ਕੀਤੀ ਹੈ ਜੀ। ਅੱਛਾ, ਸਰਕਾਰ ਮਹਾਰਾਜਾ ਰਣਜੀਤ ਸਿੰਘ ਵੇਲੇ ਬਾਬਾ ਜੀ ਦੀ ਨੌਕਰੀ ਵੀ ਕੀਤੀ, ਫਿਰ ਨੌਕਰੀ ਛੱਡ ਕੇ ਸੇਵਾ ਦੇ ਵਿੱਚ ਲੱਗੇ ਨੇ ਜੀ। ਅੱਛਾ ਜੀ। ਉਸ ਤੋਂ ਬਾਅਦ ਜਦੋਂ ਨੌਕਰੀ ਛੱਡਣ ਤੋਂ ਬਾਅਦ ਬਾਬਾ ਜੀ ਨੇ ਆਪਦਾ ਜੀਵਨ ਕਮਾਇਆ ਔਰ ਨਰੰਗਾਬਾਦ ਦੀ ਧਰਤੀ ਤੇ ਫਿਰ ਇਹਨਾਂ ਨੇ ਡੇਰਾ ਲਾਇਆ ਜੀ। ਹਾਂਜੀ। ਇੱਥੇ ਫਿਰ ਬਾਬਾ ਜੀ ਨੇ ਜਦੋਂ ਡੇਰਾ ਜੋ ਲਾਇਆ, ਉੱਥੇ ਮੰਨ ਲਓ ਕਿੱਦਾਂ ਦਾ ਉਹਨਾਂ ਦਾ ਰਹਿਣ ਬਸੇਰਾ ਸੀ, ਕਿੱਦਾਂ ਦਾ ਉਹ ਜੀਵਨ ਬਸਰ ਕਰਦੇ, ਕਿੱਦਾਂ ਸੰਗਤ ਨਾਲ ਉਹ ਮਿਲਾਪ ਰੱਖਦੇ? ਦੇਖੋ ਜੀ, ਬਾਬਾ ਜੀ ਦਾ ਜੀਵਨ ਤਾਂ ਜਿੰਨੀਆਂ ਸਿਫਤਾਂ ਕਰ ਲਈਏ ਉਨਾ ਹੀ ਥੋੜ੍ਹਾ ਜੀ। ਬਾਕੀ ਨਰੰਗਾਬਾਦ ਦੀ ਧਰਤੀ ਤੇ ਜੋ ਬਾਬਾ ਜੀ ਨੇ ਘਾਲ ਕਮਾਈ ਕੀਤੀ, ਜੋ ਘਾਲਣਾ ਕੀਤੀ, ਉਸ ਸਮੇਂ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਬਾਬਾ ਜੀ ਦੇ ਡੇਰੇ ਵਿੱਚ ਜਾਂਦੀਆਂ ਸੀ, ਸੇਵਾ ਕਰਦੀਆਂ ਸੀ। ਲੰਗਰ ਪ੍ਰਸ਼ਾਦਾ ਜਲ ਪਾਣੀ ਤਿਆਰ ਹੋਣਾ, ਸੰਗਤਾਂ ਛਕਣਾ ਛਕਾਉਣਾ ਔਰ ਰਸਤਾ ਵਸਤਾਂ ਲੈ ਕੇ ਪਹੁੰਚਣਾ। ਔਰ ਬਾਬਾ ਜੀ ਦੇ ਨਾਲ ਉਸ ਸਮੇਂ ਇਤਿਹਾਸਕਾਰ ਦੱਸਦੇ ਨੇ ਕਿ 2200 ਘੋੜ ਸਵਾਰ ਹੋਇਆ ਕਰਦਾ ਸੀ। ਅੱਛਾ, ਬਾਬਾ ਜੀ ਨਾਲ? ਬਾਬਾ ਜੀ ਡੇਰੇ 'ਚ। ਇਹ ਜਦੋਂ ਡੇਰੇ ਤੇ ਬਾਬਾ ਜੀ ਰਹਿ ਰਹੇ ਸੀ, ਉਦੋਂ ਜਿਹੜੀ ਉੱਤੇ ਹਕੂਮਤ ਕਿਸ ਦੀ? ਉਸ ਸਮੇਂ ਦੀ ਹਕੂਮਤ ਦੇਖੋ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਿਹੜਾ ਸਮਾਂ ਜਿਹੜੇ ਨੇ ਕਰਵਟ ਲਈ ਹੈ ਜੀ, ਇਹ ਰਾਜ ਜਿਹੜਾ ਡੋਗਰਿਆਂ ਦੇ ਹੱਥੀਂ ਆ ਗਿਆ। ਅੱਛਾ। ਜਦੋਂ ਉਹਨਾਂ ਦੇ ਹੱਥੀਂ ਰਾਜ ਆਉਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਖੇਰੂ ਹੋਇਆ, ਪਰਿਵਾਰ ਖਿਲਰ ਗਿਆ, ਬੱਚੇ ਖਿਲਰ ਗਏ, ਕਿਉਂਕਿ ਉਦੋਂ ਹਾਲਾਤ ਅਜਿਹੇ ਬਣ ਗਏ ਸੀ ਕਿ ਸਿੱਖਾਂ ਨੂੰ ਆਪਣਾ ਆਪ ਬਚਾ ਕੇ ਰਹਿਣਾ ਬੜਾ ਔਖਾ ਹੋ ਗਿਆ ਸੀ। ਆਪਸ ਵਿੱਚ ਟਕਰਾਅ ਹੋ ਗਿਆ ਸੀ ਆਪਸੀ। ਤੇ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਕੰਵਰ ਕਸ਼ਮੀਰਾ ਸਿੰਘ ਤੇ ਪਿਸ਼ੌਰਾ ਸਿੰਘ, ਅੱਛਾ ਜੀ, ਤੇ ਹਰੀ ਸਿੰਘ ਨਲਵਾ ਦਾ ਸੁਪੁੱਤਰ ਜਵਾਹਰ ਸਿੰਘ ਨਲਵਾ, ਠੀਕ ਹੈ, ਇਹ ਫਿਰ ਸਮੇਂ ਦੀ ਹਕੂਮਤ ਤੋਂ ਬਾਅਦ ਬਚਾ ਕੇ ਕਿਸੇ ਤਰੀਕੇ ਦੇ ਨਾਲ ਜਿਹੜਾ ਡੋਗਰਿਆਂ ਤੋਂ ਬਚਾ ਕਰਦਿਆਂ ਬਾਬਾ ਜੀ ਦੀ ਸ਼ਰਨ ਨਰੰਗਾਬਾਦ ਵਿਖੇ ਆਏ ਨੇ। ਅੱਛਾ ਜੀ। ਤਿੰਨੋਂ ਨਾਲ ਹੋਰ ਵੀ ਸਿੱਖ ਸੀਗੇ, ਚਲੋ ਜਿੰਨੇ ਕੋਈ ਇਹਨਾਂ ਦੇ ਸੰਗੀ ਸਾਥੀ ਸੀ ਬਾਬਾ ਜੀ ਦੇ ਡੇਰੇ ਆਏ ਨੇ। ਬਾਬਾ ਜੀ ਨੇ ਜਦੋਂ ਇਹਨਾਂ ਨੂੰ ਡੇਰੇ ਆ ਕੇ ਇਹਨਾਂ ਦੀ ਸੇਵਾ ਸੰਭਾਲ ਕੀਤੀ, ਇਹਨਾਂ ਨੂੰ ਪੁੱਛ-ਦੱਸ ਕੀਤੀ, ਔਰ ਕਿਉਂਕਿ ਮਹਾਰਾਜਾ ਦੇ ਸੁਪੁੱਤਰ ਸਨ, ਸਿੱਖ ਕੌਮ ਦੇ ਥੰਮ ਸੀ, ਤੇ ਬਾਬਾ ਜੀ ਨੇ ਮਤਲਬ ਬਚ ਕੇ ਇੱਥੇ ਆਏ ਨੇ ਡੋਗਰੇ, ਮਗਰ ਇਹਨਾਂ ਨੂੰ ਮਤਲਬ ਮਾਰਨਾ ਚਾਹੁੰਦੇ ਸੀ। ਹਾਂਜੀ ਉਹਨਾਂ ਨੇ ਉੱਥੇ ਕਿਉਂਕਿ ਜਿਸ ਤਰ੍ਹਾਂ ਰਾਜ ਖਤਮ ਹੋ ਗਿਆ ਸੀ, ਚਾਹੁੰਦੇ ਸੀ ਕਿ ਮਹਾਰਾਜੇ ਦਾ ਜਿਹੜਾ ਅਗਲੀਆਂ ਨਿਸ਼ਾਨੀਆਂ ਵੀ ਖਤਮ ਕੀਤੀਆਂ ਜਾਣ। ਜਦੋਂ ਬਾਬਾ ਜੀ ਦੇ ਡੇਰੇ ਆਏ ਨੇ, ਫਿਰ ਉਹਨਾਂ ਨੇ ਚਿੱਠੀਆਂ ਲਿਖੀਆਂ ਨੇ, ਅਹਿਲਕਾਰ ਭੇਜੇ ਨੇ ਕਿ ਬਾਬਾ ਜੀ ਸਾਡੇ ਜਿਹੜੇ ਬਾਗੀ ਨੇ, ਧਿਆਨ ਸੁਣੋ, ਕੰਵਰ ਕਸ਼ਮੀਰਾ ਸਿੰਘ, ਪਿਸ਼ੌਰਾ ਸਿੰਘ ਜਾਂ ਜਵਾਹਰ ਸਿੰਘ ਹੈ, ਇਹਨਾਂ ਨੂੰ ਤੁਸੀਂ ਸਾਡੇ ਹਵਾਲੇ ਕਰ ਦਿਓ। ਪਰ ਬਾਬਾ ਜੀ ਨੇ ਇਸ ਚੀਜ਼ ਦਾ ਸਾਫ਼ ਇਨਕਾਰ ਕਰਤਾ ਕਿ ਇਹ ਸਿੱਖ ਕੌਮ ਦੇ ਥੰਮ ਨੇ। ਜੇ ਅੱਜ ਸਿੱਖ ਰਾਜ ਨਹੀਂ ਰਿਹਾ, ਮਹਾਰਾਜਾ ਰਣਜੀਤ ਸਿੰਘ ਨਹੀਂ ਰਿਹਾ, ਪਰ ਇਹ ਜੋ ਉਹਨਾਂ ਦੀਆਂ ਨਿਸ਼ਾਨੀਆਂ ਨੇ ਜਾਂ ਉਹਨਾਂ ਦੇ ਥੰਮ ਨੇ, ਇਹਨਾਂ ਨੂੰ ਅਸੀਂ ਤੁਹਾਡੇ ਹਵਾਲੇ ਕਦੇ ਨਹੀਂ ਕਰਾਂਗੇ। ਤੇ ਫਿਰ ਬਾਬਾ ਜੀ ਨੇ ਉਹਨਾਂ ਨੂੰ ਆਪਦੀ ਸ਼ਰਨ ਵਿੱਚ ਰੱਖਿਆ ਜੀ। ਸਾਰੀ ਸੰਗਤ ਜੋ ਉਹਨਾਂ ਦੇ, ਹਾਂਜੀ, ਠੀਕ ਹੈ। ਅੱਛਾ, ਇਹਨਾਂ ਨੇ ਜਦੋਂ ਉਹਨਾਂ ਨੇ ਇਹਨਾਂ ਨੂੰ ਫਰਮਾਨ ਕੀਤਾ ਆਪਣੇ ਧਿਆਨ ਸਿੰਘ ਘਰਾਂ, ਜਦੋਂ ਇਹਨਾਂ ਨੂੰ ਹਨਾ ਬਾਬਾ ਜੀ ਨੂੰ ਚਿੱਠੀਆਂ ਲਿਖੀਆਂ ਜਾਂ ਵੀ ਤੁਸੀਂ ਸਾਨੂੰ ਦੇ ਦਿਓ, ਤੇ ਇਹ ਇਹਨਾਂ ਦਾ ਮੰਨ ਲਓ ਕਿ ਉਹਨਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਇਹ ਨਹੀਂ ਦੇਣੇ, ਹਨਾ, ਤਿੰਨੋਂ ਅਸੀਂ ਨਹੀਂ ਦੇਣੇ। ਹਾਂਜੀ। ਇਹਦਾ ਮਤਲਬ ਬਾਅਦ ਚ ਕੀ ਇਹਦਾ ਕਿ ਉਹਨਾਂ ਨੇ ਕੀ ਫਿਰ ਅੱਗੋਂ ਕੀ ਜਵਾਬ ਆਇਆ? ਬਾਅਦ ਚ ਜਦੋਂ ਬਾਬਾ ਜੀ ਦਾ ਇਹਨਾਂ ਸਮੇਂ ਦੀ ਹਕੂਮਤ ਨੇ ਜਵਾਬ ਸੁਣਿਆ ਕਿ ਬਾਬਾ ਜੀ ਨੇ ਸਾਨੂੰ ਇਹ ਜਿਹੜੇ ਸਿੱਖ ਨੇ ਬਾਗੀ ਸਾਡੇ ਸਾਨੂੰ ਵਾਪਸ ਨਹੀਂ ਦੇਣੇ, ਨਹੀਂ ਕਰ ਰਹੇ, ਤੇ ਬਾਬਾ ਜੀ ਨੂੰ ਫਿਰ ਉਹਨਾਂ ਨੇ ਮਤਲਬ ਸਪਸ਼ਟ ਸ਼ਬਦਾਂ 'ਚ ਕਹਿ ਦਿੱਤਾ ਵੀ ਬਾਬਾ ਜੀ ਜੇ ਤੁਸੀਂ ਡੇਰਾ ਬਚਾਉਣਾ ਹੈ ਜਾਂ ਤੁਸੀਂ ਬਚਣਾ ਹੈ
ਕਿਉਂਕਿ ਤੁਹਾਡਾ ਵਧੀਆ ਸਿਸਟਮ ਚੱਲ ਰਿਹਾ, ਤੁਸੀਂ ਇਹਨਾਂ ਤੋਂ ਕੀ ਲੈਣਾ, ਸਾਡੇ ਹਵਾਲੇ ਕਰੋ। ਜੀ ਠੀਕ ਹੈ, ਜੇ ਤੁਸੀਂ ਨਹੀਂ ਕਰਨੇ ਤੇ ਫਿਰ ਤੁਸੀਂ ਭਾਈ ਸਾਡੇ ਨਾਲ ਜੰਗ ਲਈ ਤਿਆਰ ਹੋਵੋ ਤੇ ਅਸੀਂ ਇਹਨਾਂ ਨੂੰ ਖਤਮ ਕਰਨਾ ਹੈ। ਬਾਬਾ ਜੀ ਨੇ ਆਖਿਆ ਤੁਸੀਂ ਜੋ ਮਰਜ਼ੀ ਕਰ ਲਓ, ਜੀ। ਪਰ ਇਹ ਜੋ ਸਿੱਖ ਕੌਮ ਦੇ ਥੰਮ ਨੇ ਇਹ ਜਿਉਂਦੇ ਜੀ ਅਸੀਂ ਤੁਹਾਨੂੰ ਵਾਪਸ ਨਹੀਂ ਦੇਵਾਂਗੇ। ਅੱਛਾ, ਇਹ ਜਿਹੜੇ ਡੋਗਰਿਆਂ ਦੀ ਗਦਾਰੀ ਦੇ ਵਿੱਚ ਹਾਂਜੀ। ਜੋ ਡੇਰਾ ਬਾਬਾ ਜੀ ਦਾ ਉਹ ਵੀ ਵਲੇਟਿਆ ਗਿਆ, ਵਲੇਟਿਆ ਗਿਆ। ਹਾਂਜੀ ਹਾਂਜੀ, ਉਹਨਾਂ ਨੇ ਚੜ੍ਹਾਈ ਕਰਨੀ ਸ਼ੁਰੂ ਕੀਤੀ। ਫਿਰ ਬਾਬਾ ਜੀ ਨੇ ਵਿਉਂਤ ਬਣਾਈ ਹੈ ਅੱਛਾ ਕਿ ਨਰੰਗਾਬਾਦ ਦੀ ਧਰਤੀ ਨੂੰ ਫਿਰ ਬਾਬਾ ਜੀ ਨੇ ਛੱਡਿਆ ਜੀ। ਅੱਛਾ ਜੀ, ਕਿਉਂਕਿ ਬਾਬਾ ਜੀ ਨੇ ਸੋਚਿਆ ਕਿ ਲਾਗੇ ਆਬਾਦੀ ਹੈ, ਜੀ ਹੋਰ ਨਗਰ ਨੇ, ਸੰਗਤ ਕੋ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ। ਜੀ ਇਸ ਚੀਜ਼ ਨੂੰ ਵਿਚਾਰ 'ਚ ਲੈਂਦਿਆਂ ਫਿਰ ਬਾਬਾ ਜੀ ਨੇ ਆਪਣੇ ਜਥੇ ਨੂੰ ਜਿੰਨੇ ਵੀ ਸਿੱਖ ਸੇਵਕ ਸੀ ਨਾਲ ਲੈ ਕੇ ਮੁਠਿਆਲੇ ਦੀ ਧਰਤੀ ਤੇ, ਸਭਰਾਵਾਂ ਵਾਲੀ ਧਰਤੀ ਤੇ ਇਧਰ ਨੂੰ ਚਾਲੇ ਪਾਏ ਨੇ ਜੀ। ਔਰ ਇੱਥੇ ਫਿਰ ਜਿਹੜੀ ਵਿਉਂਤਬੰਦੀ ਹੋਈ ਹੈ ਔਰ ਸਮੇਂ ਦੀ ਹਕੂਮਤ ਨੇ ਇੱਥੇ ਆ ਕੇ ਫਿਰ ਬਾਬਾ ਜੀ ਨੂੰ ਘੇਰਾ ਪਾਇਆ। ਅੱਛਾ, ਉਹਨਾਂ ਆ ਕੇ ਘੇਰਾ ਪਾ ਲਿਆ। ਘੇਰਾ ਪਾਇਆ। ਠੀਕ, ਇਹ ਕਿਹੜੀ ਜਗ੍ਹਾ ਤੇ ਪਾਇਆ ਇਹਨਾਂ ਨੂੰ ਘੇਰਾ? ਇਹ ਮੁੱਠਿਆਂ ਵਾਲੇ ਦੀ ਧਰਤੀ ਤੇ ਹੋਇਆ ਜੀ। ਅੱਛਾ, ਮੁੱਠਿਆਂ ਦੀ ਧਰਤੀ ਤੇ ਸਭਰਾਵਾਂ ਤੋਂ ਹੀ ਜੰਗ ਸ਼ੁਰੂ ਹੋ ਜਾਂਦਾ। ਅੱਛਾ, ਲਗਭਗ। ਤੇ ਮੁੱਠਿਆਂ ਵਾਲੀ ਧਰਤੀ ਤੇ ਬਾਬਾ ਜੀ ਨੇ ਆਪਦਾ ਆਸਣ ਜਿਹੜਾ ਲਾ ਲਿਆ ਜੀ। ਅੱਛਾ, ਇੱਕ ਹੋਰ ਸੁਣ ਚ ਆਇਆ ਸੀਗਾ ਵੀ ਜਿਹੜੇ ਬਾਬਾ ਜੀ ਦੀ ਜਦੋਂ ਜੰਗ ਇੱਕ ਹਿਸਾਬ ਦੀ ਜੰਗ ਇੱਕ ਤਰਫਾ ਕਹਿੰਦੇ ਹੋਈ ਆ, ਵੀ ਬਾਬਾ ਜੀ ਕਹਿੰਦੇ ਵੀ ਸਿੱਖ ਮਾਰੂ ਅਸੀਂ ਜੰਗ ਨਹੀਂ ਕਰਨੀ, ਵੀ ਸਾਡੇ ਭਰਾ ਨੇ। ਇਹ ਸੱਚੀ ਗੱਲ ਹੈ ਕਿ ਬਾਬਾ ਜੀ ਹਥਿਆਰ ਨਹੀਂ ਕੋਈ ਚੱਕਿਆ ਸੰਗਤ ਤੇ? ਬਿਲਕੁਲ ਸੱਚ ਹੈ ਜੀ। ਬਾਬਾ ਜੀ ਕੋਲ ਕੀ ਨਹੀਂ ਸੀ। ਹਾਂਜੀ, ਸਿੱਖ ਬਾਬਾ ਜੀ ਦੇ ਕੋਲ ਬੜੇ ਬੜੇ ਯੋਧੇ ਵੀ ਸਨ ਜੀ, ਜਰਨੈਲ ਵੀ ਸਨ। ਬਾਬਾ ਜੀ ਕੋਲ ਮਾਰੂ ਹਥਿਆਰ ਵੀ ਸਨ। ਔਰ ਬਾਬਾ ਜੀ ਨੇ ਜਿਹੜਾ ਮੁਕਾਬਲਾ ਕੀਤਾ, ਜ਼ਬਰ ਦਾ ਮੁਕਾਬਲਾ ਜਿਹੜਾ ਭਾਈ ਸਾਹਿਬ ਬਾਬਾ ਜੀ ਨੇ ਸਬਰ ਦੇ ਨਾਲ ਕੀਤਾ। ਔਰ ਜਦੋਂ ਇਹਨਾਂ ਨੇ ਵਿਉਂਤਬੰਦੀ ਬਣਾ ਕੇ ਘੇਰਾਬੰਦੀ ਕੀਤੀ ਹੈ ਜੀ, ਤੇ ਬਾਬਾ ਜੀ ਨੇ ਆਪਦੇ ਸਿੱਖ ਸੇਵਕਾਂ ਨੂੰ ਹੁਕਮ ਕਰਤਾ ਕਿ ਹੁਣ ਜਿਹੜਾ ਸਮਾਂ ਜਿਹੜਾ ਨਾ ਇਹ ਆਪਾਂ ਨੂੰ ਸਤਿਗੁਰਾਂ ਦੇ ਭਾਣੇ ਵਿੱਚ ਰਹਿਣ ਦਾ। ਅੱਛਾ, ਪਰ ਸਿੱਖਾਂ ਨੇ ਆਖਿਆ ਹਾਂਜੀ, ਪਰ ਸਿੱਖਾਂ ਨੇ ਆਖਿਆ ਬਾਬਾ ਜੀ ਇਹ ਕਿਵੇਂ ਹੋ ਸਕਦਾ ਵੀ ਉਹ ਆਪਣੇ ਤੇ ਚੜ੍ਹਾਈ ਕਰ ਰਹੇ ਨੇ, ਆਪਾਂ ਸ਼ਾਂਤਮਈ ਬੈਠੀਏ ਤੇ ਇਹ ਹੋ ਨਹੀਂ ਸਕਦਾ। ਅੱਛਾ, ਪਰ ਬਾਬਾ ਜੀ ਨੇ ਆਖਿਆ ਵੀ ਆਪਾਂ ਨੂੰ ਹੁਕਮ ਹੀ ਇਹ ਆ ਵੀ ਭਾਣਾ ਹੀ ਇਹ ਹੋਣਾ। ਅੱਛਾ, ਪਰ ਆਪਾਂ ਆਪਦੇ ਭਰਾਵਾਂ ਤੇ ਆਪਾਂ ਹੱਥ ਨਹੀਂ ਚੱਕਣਾ, ਭਰਾ ਮਾਰੂ ਜੰਗ ਆਪਾਂ ਨਹੀਂ ਕਰਨੀ। ਠੀਕ ਹੈ, ਕਿਸੇ ਨੇ ਵੀ ਤੁਸੀਂ ਸਾਡੀ ਆਗਿਆ ਤੋਂ ਬਿਨਾਂ ਕੋਈ ਵੀ ਹੱਲਾ ਨਹੀਂ ਬੋਲਣਾ, ਕੋਈ ਹਥਿਆਰ ਨਹੀਂ ਚੱਕਣਾ, ਕਿਸੇ ਤੇ ਕੋਈ ਵਾਰ ਨਹੀਂ ਕਰਨਾ। ਅੱਛਾ, ਬਾਬਾ ਜੀ ਦਾ ਹੁਕਮ ਮੰਨਿਆ। ਨਾਲ ਹੀ ਬਾਬਾ ਜੀ ਨੇ ਹੁਕਮ ਕੀਤਾ ਬਾਬਾ ਵੀਰ ਸਿੰਘ ਜੀ ਨੇ ਕਿ ਤੁਸੀਂ ਲੰਗਰ ਪ੍ਰਸ਼ਾਦਾ, ਕੜਾਹ ਪ੍ਰਸ਼ਾਦ, ਦੇਗਾਂ ਇੰਨੀਆਂ ਕੁ ਤਿਆਰ ਕਰ ਦਿਓ ਕਿ ਜਿਹੜੇ ਭਰਾ ਸਾਡੇ ਕੋਲ ਜੰਗ ਲੜਨ ਲਈ ਆ ਰਹੇ ਨੇ ਜਾਂ ਸਾਡੇ ਤੇ ਚੜ੍ਹਾਈ ਕਰਕੇ ਆ ਰਹੇ ਨੇ ਇਹ ਖਾਲੀ ਨਾ ਜਾਣ, ਭੁੱਖੇ ਨਾ ਜਾਣ। ਇਹ ਗੁਰੂ ਦੇ ਘਰੇ ਆਏ ਨੇ, ਗੁਰੂ ਕੇ ਲੰਗਰ ਵਿੱਚੋਂ ਆਏ ਨੇ, ਇਹਨਾਂ ਨੇ ਜੰਗ ਲੜਨੀ ਹੈ, ਚੱਲ ਕੇ ਆਏ ਨੇ, ਖਰੇ ਕਦੋਂ ਦੇ ਭੁੱਖੇ ਨੇ। ਅੱਛਾ, ਇਹ ਇੱਥੋਂ ਆਉਣ, ਜਲ ਪਾਣੀ ਛਕਣ, ਲੰਗਰ ਪ੍ਰਸ਼ਾਦਾ ਛਕਣ, ਆਪਦਾ ਆਨੰਦ ਨਾਲ ਜਾਣ। ਔਰ ਫਿਰ ਜੰਗ ਸ਼ੁਰੂ ਹੋਇਆ ਜੀ। ਪਰ ਬਾਬਾ ਜੀ ਨੇ, ਬਾਬਾ ਜੀ ਦੇ ਸਿੱਖਾਂ ਨੇ ਕਿਸੇ ਨੇ ਕੋਈ ਵਾਪਸੀ ਜਵਾਬ ਨਹੀਂ ਦਿੱਤਾ। ਮਤਲਬ ਜੰਗ ਇੱਕ ਤਰਫਾ ਹੀ ਫਿਰ ਇੱਕ ਤਰਫਾ ਐਲਕਾਰਾਂ ਵੱਲੋਂ ਹੋਇਆ। ਬਾਬਾ ਜੀ ਸ਼ਾਂਤਮਈ ਆਪਦਾ ਸਿਮਰਨ ਵਿੱਚ ਜੁਟੇ ਨੇ, ਸੰਗਤਾਂ ਸਿਮਰਨ ਵਿੱਚ ਜੁਟੀਆਂ ਨੇ, ਗੁਰਬਾਣੀ ਦਾ ਜਾਪ ਹੋਈ ਗਿਆ। ਔਰ ਸਮਾਂ ਕੀ ਹੋਇਆ ਜੀ, ਕਾਫੀ ਸਿੰਘ ਸ਼ਹੀਦ ਹੋ ਗਏ ਨੇ ਜੰਗ ਦੇ ਵਿੱਚ। ਔਰ ਬਾਬਾ ਜੀ ਨੂੰ ਇਹਨਾਂ ਸਮੇਂ ਦੀ ਹਕੂਮਤ ਨੇ ਤੋਪ ਚਲਾਈ ਹੈ ਜੀ, ਗੋਲੀਆਂ ਵੀ ਵੱਜੀਆਂ ਨੇ। ਪਰ ਤੋਪ ਦਾ ਗੋਲਾ ਜਦੋਂ ਬਾਬਾ ਜੀ ਦੇ ਪੱਟ ਵਿੱਚ ਆ ਕੇ ਵੱਜਿਆ ਤੇ ਫਿਰ ਬਾਬਾ ਜੀ ਨੇ ਆਖਿਆ ਵੀ ਸਿੱਖੋ ਹੁਣ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਨੇ ਇਸ ਤਰੀਕੇ ਦੇ ਨਾਲ ਤੋਪਾਂ ਦੇ ਗੋਲਿਆਂ ਦੇ ਨਾਲ ਸ਼ਹੀਦੀ ਪ੍ਰਾਪਤ ਕੀਤੀ। ਇਸ ਲਈ ਬਾਬਾ ਵੀਰ ਸਿੰਘ ਜੀ ਦਾ ਨਾਮ ਜਿਹੜਾ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਚ, ਕਿਉਂਕਿ ਜਿੰਨੇ ਵੀ ਜਰਨੈਲ ਹੋਏ ਨੇ ਉਹਨਾਂ ਜਰਨੈਲਾਂ ਦੇ ਵਿੱਚ ਬਾਬਾ ਜੀ ਦੀ ਸ਼ਹੀਦੀ ਦਾ ਜ਼ਿਕਰ ਜਿਹੜਾ ਪਹਿਲੇ ਨੰਬਰ ਤੇ ਕੀਤਾ ਗਿਆ, ਕਿਉਂਕਿ ਇਹਨਾਂ ਦੀ ਸ਼ਹੀਦੀ ਜਿਹੜੀ ਜ਼ਬਰ ਦਾ ਮੁਕਾਬਲਾ ਸਬਰ ਨਾਲ ਸੀ। ਦੋਸਤੋ ਵੇਖੋ ਕਿੱਡੀ ਵੱਡੀ ਗੱਲ ਆ ਕਿ ਚਲੋ ਜੰਗਾਂ ਹੁੰਦੀਆਂ ਨੇ, ਦੋ ਤਰਫਾ ਜੰਗਾਂ ਹੁੰਦੀਆਂ, ਲੜਾਈਆਂ ਹੁੰਦੀਆਂ, ਜੇ ਧਰਮਾਂ ਦੀ ਹੈ, ਪਰ ਇੱਕ ਪਾਸੇ ਸਿੱਖ ਚੜ੍ਹ ਕੇ ਆ ਰਹੇ ਨੇ ਜਿਹੜੇ ਗਦਾਰ ਕੌਮ ਦੇ ਗਦਾਰ ਜਿਹਨਾਂ ਨੂੰ ਕਹਿ ਸਕਦੇ ਧਿਆਨ ਸਿੰਘ ਡੋਗਰੇ, ਔਰ ਇੱਕ ਪਾਸੇ ਸਾਡੇ ਸ਼ਹੀਦ ਬਾਬਾ ਵੀਰ ਸਿੰਘ ਜੀ ਜੋ ਸਿਮਰਨ ਕਰ ਰਹੇ ਨੇ, ਉਹਨਾਂ ਲਈ ਲੰਗਰ ਪਕਾ ਰਹੇ ਨੇ ਕਿ ਸਾਡੇ ਭਰਾ ਆਉਣਗੇ ਭੁੱਖੇ ਨਾ ਜਾਣ। ਜ਼ਬਰ ਦਾ ਮੁਕਾਬਲਾ ਸਿਮਰਨ ਕਰਕੇ, ਸਬਰ ਕਰਕੇ ਕੀਤਾ ਹੈ। ਅੱਗੋਂ ਗੋਲੀਆਂ ਦੀ ਵਾਛੜ ਆ ਰਹੀ ਆ ਤੇ ਇਧਰੋਂ ਵਾਹਿਗੁਰੂ ਵਾਹਿਗੁਰੂ ਬੋਲ ਰਹੇ ਨੇ, ਸਿਮਰਨ ਹੋ ਰਿਹਾ ਜੀ, ਸਿਮਰਨ ਹੋ ਰਿਹਾ ਤੇ ਸ਼ਹੀਦੀ ਦਾ ਜਾਮ ਕੀਤਾ ਸਿਮਰਨ ਕਰਕੇ। ਅੱਛਾ, ਫਿਰ ਉਹ ਜਿਵੇਂ ਤੁਸੀਂ ਦੱਸ ਰਹੇ ਲੰਗਰ ਪਾਣੀ ਸਾਰੀ ਫਿਰ ਉਹ ਫਿਰ ਜਿੰਨੀਆਂ ਫੌਜਾਂ ਆਈਆਂ ਫਿਰ ਉਹਨਾਂ ਨੇ ਸ਼ਹੀਦੀਆਂ ਤੋਂ ਬਾਅਦ ਮਹਾਂਪੁਰਖਾਂ ਦੇ ਫਿਰ ਲੰਗਰ ਪਾਣੀ, ਪ੍ਰਸ਼ਾਦਾ ਪਾਣੀ ਸਭ ਕੁਝ ਤਿਆਰ ਸੀ। ਸਭ ਨੇ ਜੋ ਜਲ ਪਾਣੀ ਕਹੇ ਛਕਣਾ ਸੀ ਛਕਿਆ, ਆਪਦਾ ਜੋ ਵੀ ਭਾਣਾ ਵਰਤਿਆ, ਜੋ ਸਾਡੇ ਗੁਰੂ ਵੱਲੋਂ ਆਦੇਸ਼ ਸੀ, ਹੁਕਮ ਨੂੰ ਪਾਲਣਾ ਕੀਤੀ। ਹਾਂਜੀ, ਇਸ ਤੋਂ ਬਾਅਦ ਆਪਣੇ ਇੱਥੇ ਬਾਬਾ ਜੀ ਦਾ ਆਉਣਾ ਕਦੋਂ ਹੋਇਆ? ਬਾਬਾ ਜੀ ਕਿਹੜੀ ਫਿਰ ਦੇਖੋ ਜੀ,
ਇਹ ਜਿਹੜੀ ਜਥੇਬੰਦੀ ਬਾਬਾ ਵੀਰ ਸਿੰਘ ਜੀ ਸ਼ਹੀਦ, ਹਾਂਜੀ, ਇਸ ਜਥੇਬੰਦੀ ਨੂੰ ਅੱਗੇ ਜਿਹੜਾ ਸੰਚਾਲਕ ਹੋਏ ਨੇ ਅੱਛਾ ਜੀ, ਰੂਟੀਨਵਾਰ ਬਾਬਾ ਮੋਹਰ ਸਿੰਘ ਜੀ, ਬਾਬਾ ਹਰਨਾਮ ਸਿੰਘ ਜੀ, ਜੀ। ਬਾਬਾ ਆਤਮਾ ਸਿੰਘ ਜੀ। ਅੱਛਾ ਜੀ, ਬਾਬਾ ਆਤਮਾ ਸਿੰਘ ਜੀ ਇਸ ਜਥੇਬੰਦੀ ਦੇ ਲਗਭਗ ਚੌਥੇ ਮੁਖੀ ਹੋਏ ਨੇ ਜੀ। ਜੀ, ਠੀਕ ਹੈ, ਫਿਰ ਇਹਨਾਂ ਤੋਂ ਬਾਅਦ ਧਰਮ ਪ੍ਰਚਾਰ ਕਰਦਿਆਂ, ਦਲ ਪੰਥ ਦੀ ਸੇਵਾ ਨਿਭਾਉਂਦਿਆਂ, ਨਗਰਾਂ 'ਚ ਇਲਾਕਿਆਂ 'ਚ ਵਿਚਰਦਿਆਂ, ਜਿਸ ਤਰ੍ਹਾਂ ਕਿ ਅੱਜ ਵੀ ਦਲ ਪੰਥ ਮਤਲਬ ਵੀ ਸੇਵਾ ਵਿੱਚ ਨੇ, ਨਗਰਾਂ 'ਚ ਜਾਂਦੇ ਨੇ, ਜੀ। ਧਰਮ ਪ੍ਰਚਾਰ ਹੋ ਰਿਹਾ। ਕਰਦੇ ਆ। ਤੇ ਦਲ ਪੰਥ ਦਾ ਜਿਹੜਾ ਜੀ ਇਸ ਤਰ੍ਹਾਂ ਚਲਦਿਆਂ ਬਾਬਾ ਆਤਮਾ ਸਿੰਘ ਜੀ ਇਸ ਧਰਤੀ ਨਗਰ ਪਿੰਡ ਲਹਿਰਾ ਵਿੜਦੀ ਤੇ ਆਏ ਨੇ ਜੀ। ਅੱਛਾ, ਬਾਬਾ ਆਤਮਾ ਸਿੰਘ, ਬਾਬਾ ਆਤਮਾ ਸਿੰਘ ਚਰਨ ਪਾਏ ਇਹਨਾਂ। ਉਦੋਂ ਇੱਕ ਕਬਰਸਤਾਨ ਹੋਇਆ ਕਰਦਾ ਸੀ। ਅੱਛਾ, ਲਗਭਗ ਸਾਰੀਆਂ ਕਬਰਾਂ ਸੀਗੀਆਂ, ਮੁਸਲਮਾਨਾਂ ਦੀ ਧਰਤੀ ਸੀ, ਓਕੇ, ਪਰ ਬਾਬਾ ਉਦੋਂ ਝੱਲ ਬੂਟ ਜੰਗਲ ਹੋਇਆ ਕਰਦੇ ਸੀ, ਕਿਉਂਕਿ ਉਦੋਂ ਇਹੋ ਜਿਹੀ ਕੋਈ ਹਾਲਾਤ ਨਹੀਂ ਸੀ। ਇਹ ਕਿਹੜੇ ਸਾਲ ਦੀ ਗੱਲ ਹੋਊਗੀ? ਇਹ ਲਗਭਗ 70-71 ਦੀ ਗੱਲ ਹੋਈ ਗਈ ਜੀ। 1970 ਹਾਂਜੀ, ਠੀਕ ਹੈ, ਤੇ ਉਸ ਸਮੇਂ ਬਾਬਾ ਜੀ ਇੱਥੇ ਆਏ ਨੇ ਤੇ ਬਾਬਾ ਜੀ ਨੇ ਆਪਦਾ ਦਲ ਪੰਥ ਘੋੜਿਆਂ ਸਮੇਤ ਇੱਥੇ ਆਪਦਾ ਆਰਾਮ ਕੀਤਾ, ਰੁਕੇ ਨੇ। ਔਰ ਪਿੰਡ ਦੇ ਨਗਰ ਨਾਲ ਕੁਝ ਸੱਜਣਾ ਨਾਲ ਵਿਚਾਰ ਵੀ ਹੋਏ। ਬਾਬਾ ਜੀ ਨੇ ਵਾਜਾ ਦਿੱਤਾ, ਕੁਝ ਸੰਗਤਾਂ ਸਮੁੰਦਰਾਂ ਦੇ ਗੱਫੇ ਲੈ ਕੇ ਆਈਆਂ, ਦੁੱਧ ਦੇ ਲੈ ਕੇ ਆਈਆਂ, ਰਸਤਾਂ ਬਸਤਾਂ ਲੈ ਕੇ ਆਈਆਂ, ਜੀ, ਲੰਗਰ ਪਾਣੀ ਛਕਿਆ। ਬਾਬਾ ਜੀ ਨੇ ਵਿਸਰਾਮ ਕੀਤਾ, ਰਾਤ 2 ਰਾਤਾਂ ਕੱਟੀਆਂ। ਔਰ ਨਗਰ ਨੇ ਫਿਰ ਬੇਨਤੀ ਕੀਤੀ ਕਿ ਬਾਬਾ ਜੀ ਸਾਡੇ ਨਗਰ ਵਿੱਚ ਦੁੱਧ ਦੀ ਬੜੀ ਕਮੀ ਹੈ। ਅੱਛਾ ਬਾਬੇ ਆਤਮਾ ਹੋਂ ਦੇ ਬਚਨ ਨੇ, ਜੀ, ਕਿਉਂਕਿ ਹੁਣ ਅੱਜ ਪੁਰਾਣੇ ਸਿੱਖ ਤੋਂ ਚਲੋ ਸਮੇਂ ਮੁਤਾਬਕ ਸਤਿਗੁਰਾਂ ਦੇ ਭਾਣੇ ਵਿੱਚ ਚਲੇ ਗਏ ਨੇ, ਪਰ ਦੱਸਦੇ ਸੀ ਕਿ ਦੁੱਧ ਦੀ ਬੜੀ ਕਮੀ ਸੀ। ਕਿਸੇ ਦੇ ਕੋਈ ਲਵੇਰਾ ਨਹੀਂ ਸੀ, ਜੇ ਕੋਈ ਪਸ਼ੂ ਹੁੰਦਾ ਸੀ, ਕੋਈ ਬਿਮਾਰ ਹੋ ਜਾਂਦਾ ਸੀ, ਕੋਈ ਕਿਸ ਤਰ੍ਹਾਂ। ਪਰ ਉਸ ਸਮੇਂ ਮੁਤਾਬਕ ਬਾਬਾ ਜੀ ਨੇ ਆਖਿਆ ਵੀ ਸਿੱਖੋ, ਤੁਸੀਂ ਬਾਬਾ ਵੀਰ ਸਿੰਘ ਜੀ ਦੇ ਘਰ ਨਾਲ ਜੁੜੋ, ਜੀ, ਮਹਾਂਪੁਰਖਾਂ ਦੇ ਘਰ ਦੀ ਸੰਗਤ ਸੇਵਾ ਕਰੋ, ਇੱਥੇ ਦੁੱਧ ਦੀਆਂ ਡੇਅਰੀਆਂ ਚੱਲਣਗੀਆਂ। ਜੀ, ਤੇ ਅੱਜ ਸਤਿਗੁਰਾਂ ਦੀ ਇੰਨੀ ਕੁ ਕਿਰਪਾ ਕਿ ਵੱਡੇ ਫਾਰਮ ਨੇ ਇਸ ਨਗਰ ਦੇ ਵਿੱਚ, ਔਰ ਇੱਕ ਨਹੀਂ, 2 3 ਡੇਅਰੀਆਂ ਨੇ। ਗੱਡੀਆਂ ਇਸ ਨਗਰ ਦੇ ਵਿੱਚੋਂ ਦੁੱਧ ਭਰ ਕੇ ਲਿਜਾਂਦੀਆਂ ਨੇ ਜੀ, ਕਿਉਂਕਿ ਮਹਾਂਪੁਰਖਾਂ ਦੇ ਬਚਨ ਨੇ, ਬੰਦਗੀ ਵਾਲਿਆਂ ਦੇ ਕਮਾਏ ਹੁੰਦੇ ਨੇ ਜੀ। ਜਿਹੜੇ ਬਾਬਾ ਜੀ ਸ਼ਹੀਦ ਬਾਬਾ ਜੀ ਦੇ ਜੋ ਮੁੱਖ ਡੇਰੇ ਜਾਂ ਮੁੱਖ ਜੋ ਇਹਨਾਂ ਦੇ ਸਥਾਨ ਨੇ, ਜੀ। ਕਿਹੜੇ ਨੇ ਤੇ ਕਿੱਥੇ ਨੇ? ਦੇਖੋ ਜੀ, ਬਾਬਾ ਜੀ ਦੇ ਜਿੰਨੇ ਸਥਾਨ ਨੇ, ਉਸ ਸਮੇਂ 365 ਸਥਾਨ ਜਿਹੜੇ ਨੇ ਬਾਬਾ ਜੀ ਦੀ ਹੋਂਦ ਵਿੱਚ ਆਏ ਸੀ ਉਸ ਸਮੇਂ। ਪਰ ਹੁਣ ਜਿਹੜੇ ਮੁੱਖ ਸਥਾਨ ਨੇ, ਗੁਰਦੁਆਰਾ ਮੁੱਠਿਆਂ ਵਾਲਾ, ਅੱਛਾ ਜੀ, ਗੁਰਦੁਆਰਾ ਸ਼ਹੀਦੀ ਪ੍ਰਾਪਤ ਝਾੜ ਸਾਹਿਬ, ਜੀ, ਔਰ ਰਤੋਕੇ, ਨੌਰੰਗਾਬਾਦ, ਗੱਗੋਬੂਆ, ਸਥਾਨ ਤਾਂ ਅਨੇਕਾਂ ਨੇ ਜੀ, ਗਿਣਤੀ ਤੋਂ ਬਾਹਰ ਨੇ। ਕਿਉਂਕਿ ਇਹ ਵੀ ਬਾਬਾ ਵੀਰ ਸਿੰਘ ਦਾ ਸਥਾਨ ਹੀ। ਉਹਨਾਂ ਦੇ ਜਥੇਬੰਦੀ ਦੀ ਐਂਟਰੀ ਅੱਜ ਮੌਜੂਦਾ ਮਹਾਂਪੁਰਖ ਬਾਬਾ ਤਾਰਾ ਸਿੰਘ ਜੀ ਹਾਂਜੀ, ਇਸ ਦਲ ਪੰਥ ਦੀ, ਇਸ ਜਥੇਬੰਦੀ ਦੀ ਅਗਵਾਈ ਕਰ ਰਹੇ ਨੇ ਜੀ, ਸੇਵਾ ਨਿਭਾ ਰਹੇ ਨੇ। ਹਾਂਜੀ, ਔਰ ਉਹਨਾਂ ਦੀ ਰਹਿਨੁਮਾਈ ਹੇਠ ਹੀ, ਉਹਨਾਂ ਦੇ ਸਾਰੇ ਪ੍ਰਬੰਧ ਹੇਠ ਹੀ ਇਹ ਸਥਾਨ ਜਿਹੜਾ ਹੋਂਦ ਵਿੱਚ ਆਇਆ। ਔਰ ਇਸ ਸਥਾਨ ਦੇ ਮੁੱਖ ਸੇਵਾਦਾਰ ਸਾਡੇ ਸਤਿਕਾਰਯੋਗ ਪਿਤਾ ਜੀ ਬਾਬਾ ਅਵਤਾਰ ਸਿੰਘ ਜੀ ਸੋ ਰਹੇ ਨੇ, ਜਿਨ੍ਹਾਂ ਨੇ 40 ਸਾਲ ਇਸ ਸਥਾਨ ਤੇ ਸੇਵਾ ਕੀਤੀ, ਸੰਗਤਾਂ ਦੇ ਸੰਯੋਗ ਨਾਲ, ਇਲਾਕੇ ਦੇ ਸੰਯੋਗ ਨਾਲ, ਮਹਾਂਪੁਰਖਾਂ ਦੇ ਸੰਯੋਗ ਨਾਲ। ਔਰ ਇਸ ਸਥਾਨ ਤੇ ਸ਼ਹੀਦੀ ਜੋੜ ਮੇਲਾ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੀ ਯਾਦ ਵਿੱਚ ਵੱਡੀ ਪੱਧਰ ਤੇ ਮਨਾਇਆ ਜਾਂਦਾ ਜੀ। ਸੰਗਤਾਂ ਦੂਰੋਂ ਨੇੜਿਓਂ ਪਹੁੰਚਦੀਆਂ ਨੇ, ਦਲ ਪੰਥ ਆਉਂਦੇ ਨੇ। 13 ਪੋਹ ਨੂੰ, 11 ਤੋਂ 13 ਅਤੇ 14 ਪੋਹ ਤੱਕ ਕਬੱਡੀ ਦੇ ਮੈਚ ਵੀ ਹੁੰਦੇ ਨੇ। ਮਹਾਂਪੁਰਖ ਬਾਬਾ ਤਾਰਾ ਸਿੰਘ ਜੀ ਝਾੜ ਸਾਹਿਬ ਵਾਲੇ ਜਥੇਬੰਦੀ ਸਮੇਤ ਹੋਰ ਵੀ ਮਹਾਂਪੁਰਖ ਜਥੇਬੰਦੀਆਂ ਇਸ ਜੋੜ ਮੇਲੇ ਤੇ ਪਹੁੰਚਦੀਆਂ ਨੇ। ਨਗਰ ਦਾ ਬੜਾ ਵੱਡਾ ਸੰਯੋਗ ਹੈ, ਇਲਾਕੇ ਦਾ ਬੜਾ ਵੱਡਾ ਸੰਯੋਗ ਹੈ, ਔਰ ਤੁਹਾਡੇ ਭੈਣਾਂ ਭਰਾਵਾਂ ਦਾ, ਸੱਜਣਾ ਦਾ, ਸਾਰਿਆਂ ਦਾ ਬੜਾ ਵੱਡਾ ਸੰਯੋਗ। ਔਰ ਮੈਂ ਲਾਸਟ ਵਿੱਚ ਬੇਨਤੀ ਕਰਾਂ ਕਿ ਇਸ ਸਥਾਨ ਲਈ ਕਾਰ ਸੇਵਾ ਦੀ ਬੜੀ ਵੱਡੀ ਜ਼ਰੂਰਤ ਹੈ, ਕਿਉਂਕਿ ਇਸ ਸਥਾਨ ਨੂੰ ਹੋਂਦ ਵਿੱਚ ਲਿਆਉਣ ਲਈ ਆਪਾਂ ਜਿੰਨੇ ਵੀ ਪ੍ਰਬੰਧ ਕਰਨ ਵਾਲੇ ਨੇ, ਚਾਰ ਦੀਵਾਰੀ ਜਾਂ ਗੁਰੂ ਕੇ ਲੰਗਰ ਹਾਲ ਬਣਨ ਵਾਲੇ ਨੇ, ਇਮਾਰਤਾਂ ਬਣਨ ਵਾਲੀਆਂ ਨੇ, ਇਸ ਲਈ ਦੇਸ਼ਾਂ ਵਿਦੇਸ਼ਾਂ 'ਚ ਔਰ ਇਲਾਕੇ ਦੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ, ਸੇਵਾਦਾਰ ਹੋਣ ਦੇ ਨਾਂ ਤੇ ਮਹਾਂਪੁਰਖਾਂ ਦੇ, ਕਿ ਆਪਾਂ ਵੱਧ ਤੋਂ ਵੱਧ ਬਾਬੇ ਵੀਰ ਸਿੰਘ ਦੇ ਘਰ ਦੀ ਸੇਵਾ ਕਰੀਏ ਔਰ ਇਸ ਸਥਾਨ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਆਪਾਂ ਤਰੱਕੀਆਂ 'ਚ ਲਿਆ ਕੇ ਗੁਰੂ ਘਰ ਦੀ ਸੇਵਾ ਨਿਭਾਈਏ। ਔਰ ਤੁਹਾਡੀ ਟੀਮ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਹੈ। ਜੀਓ ਆਇਆਂ ਨੂੰ। ਇੰਨਾ ਕੁਝ ਕਹਿੰਦੇ ਹੋਏ ਖਿਮਾ ਦੇ ਜਾਚਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਇਹ ਸਨ ਸੇਵਾਦਾਰ ਗੁਰਨਾਮ ਸਿੰਘ ਜੀ, ਜਥੇਬੰਦੀ ਝਾੜ ਸਾਹਿਬ, ਜਿਨ੍ਹਾਂ ਨੇ ਸ਼ਹੀਦ ਬਾਬਾ ਵੀਰ ਸਿੰਘ ਜੀ ਦੇ ਜਨਮ ਬਾਰੇ ਔਰ ਉਹਨਾਂ ਦੀ ਕਿਵੇਂ ਸ਼ਹੀਦੀ ਹੋਈ, ਕਿਵੇਂ ਉਹਨਾਂ ਸ਼ਹੀਦੀ ਦਾ ਜਾਮ ਪੀਤਾ, ਔਰ ਕਿਹੜੇ ਮਹਾਂਪੁਰਸ਼ ਜੋ ਇੱਥੇ ਲਹਿਰਾ ਬੇੜ ਵਿੱਚ ਚਰਨ ਪਾਏ, ਔਰ ਕੀ ਇੱਥੋਂ ਜੋ ਮਹਾਰਾਜ ਵੱਲੋਂ ਦਾਤਾਂ ਲੋਕਾਂ ਨੂੰ ਮਿਲੀਆਂ, ਦੁੱਧ ਪੁੱਤ ਦੀਆਂ ਦਾਤਾਂ ਜੋ ਲੋਕਾਂ ਨੂੰ ਮਿਲੀਆਂ, ਉਹਨਾਂ ਬਾਰੇ ਚਾਨਣਾ ਪਾਇਆ। ਔਰ ਵੀਰੋ, ਜਿਵੇਂ ਕਿ ਸਾਡੇ ਬੜੇ ਹੀ ਸ਼ਹੀਦ ਜੋ ਅਜੇ ਗੁੱਝੇ ਰਹਿ ਗਏ ਆ, ਜੋ ਵਸਾਰੇ ਜਾ ਰਹੇ ਨੇ ਅਜੇ, ਉਹਨਾਂ ਬਾਰੇ ਵੀ ਅੱਗੇ ਤੋਂ ਵੀਡੀਓ ਲੈ ਕੇ ਆਵਾਂਗੇ। ਪੁਰਾਤਨ ਜੋ ਸਾਡੀਆਂ ਇਮਾਰਤਾਂ ਨੇ, ਜੋ ਸਾਡਾ ਇਤਿਹਾਸ ਹੈ, ਉਹਨਾਂ ਬਾਰੇ ਵੀ ਅੱਗੇ ਤੋਂ ਚਾਨਣਾ ਪਾਵਾਂਗੇ, ਹੋਰ ਵੀਡੀਓ ਲੈ ਕੇ ਆਵਾਂਗੇ।
ਔਰ ਸਾਡੇ ਜਿੰਨੇ ਵੀ ਭੈਣ ਭਰਾ ਵੀਡੀਓ ਵੇਖ ਰਹੇ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਲਾਈਕ ਕਰੋ। ਸਾਡੀ ਵੀਡੀਓ ਤੇ ਆਉਣ ਲਈ ਧੰਨਵਾਦ ਔਰ ਕਮੈਂਟ ਕਰਕੇ ਸਾਨੂੰ ਇਹ ਦੱਸਿਓ ਕਿ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।